म्यूचुअल फंड 'ਚ इन्वेस्ट करना चाहिए कि शेयर मार्केट 'ਚ इन्वेस्ट करना चाहिए? मैं महसूस करदा कि अगर तुहाडे कोल ਇਹ टाइम नहीं है कि ਤੁਸੀਂ बैलेंस शीट स्टडी कर सको, ਤੁਸੀਂ न्यूज़ ਨੂੰ फॉलो अप कर सको, तो उस केस इट इज ऑलवेज प्रेफर्ड कि ਤੁਸੀਂ म्यूचुअल फंड्स ਦੇ ਵਿੱਚ ਜਾਂ ਇਨਵੈਸਟ ਕਰੋ। शेयर मार्केट तो बंदा डेली ਦੀ ਇਨਕਮ ਕਮਾ ਸਕਦਾ ਹੈ। ਜਿਹੜਾ ਵੀ ਤੁਹਾਨੂੰ ਕੋਈ ਡੇਲੀ ਕੰਮ ਕਰਨ ਲਈ ਕਹਿੰਦਾ ਨਾ ਜੀ, ਉਹ ਬ੍ਰੋਕਰ ਤੁਹਾਡਾ ਕਮਾਉਂਦਾ, ਜਿਹਦੇ ਥਰੂ ਤੁਸੀਂ ਆਪਣਾ ਟ੍ਰੇਡ ਕਰਦੇ ਹੋ, ਤੁਸੀਂ ਨਹੀਂ ਕਮਾਉਂਦੇ। ਅੱਗੇ ਆਉਣ ਲਈ ਮੰਡੇ ਟੂ ਫਰਾਈਡੇ ਲਈ ਤੁਸੀਂ ਕੀ ਰეკਮੈਂਡ ਕਰਦੇ ਹੋ? ਵੀਕਲੀ ਸ਼ੇਅਰ ਅਗਰ ਕਿਸੇ ਨੇ ਆਪਣੀ ਬਕਟ ਲਿਸਟ ਦੇ ਅੰਦਰ ਜਾਂ ਆਪਣੇ ਪੋਰਟਫੋਲੀਓ ਦੇ ਅੰਦਰ ਡਾਲਨੇ ਹੈ, ਉਹ ਤੁਸੀਂ ਕਿਹੜੇ ਟੌਪ 5 ਜਾਂ ਟੌਪ 10 ਕਿਹੜੇ ਰეკਮੈਂਡ ਕਰਦੇ ਹੋ ਸ਼ੇਅਰਸ? ਦੇਖੋ, ਮੈਂ ਇਹਦੇ ਵਿੱਚ ਇੱਕ ਤਾਂ ਮੈਂ ਆਟੋਮੋਬਾਈਲ ਸੈਕਟਰ ਦੇ ਉੱਤੇ ਥੋੜਾ ਬੁਲਿਸ਼ ਹਾਂ ਜੀ। ਉਹਦੇ 'ਚ ਟਾਟਾ ਮੋਟਰ ਗੁੱਡ ਸ਼ੇਅਰ, ਹੀਰੋ ਮੋਟਰ ਇਜ਼ ਆਲਸੋ ਮੇਰੇ ਪੋਰਟਫੋਲੀਓ ਦੇ ਵਿੱਚ ਹੈ। ਮੈਂ ਰੀਸੈਂਟਲੀ ਲਿੱਤਾ ਹੈ ਡਿਪ ਦੇ ਉੱਤੇ। ਆਈਟੀ ਸੈਕਟਰ ਹੈ, ਆਈਟੀ ਸੈਕਟਰ ਦੇ ਵਿੱਚ ਮੈਨੂੰ ਇੱਕ TCS ਜਿਹੜਾ ਤੇ ਸੈਕੰਡਲੀ ਇਨਫੋਸਿਸ, ਇਹ ਇਸ ਵੇਲੇ ਰੀਸੈਂਟਲੀ ਡਿਪ ਕੀਤੀ ਹੈ। लेकिन एक नवा सेक्टर है AI सेक्टर, ਉਹਦੇ ਰਿਲੇਟਡ ਵੀ ਕੁਝ ਸ਼ੇਅਰ ਇਹੋ ਜਿਹੇ ਤੁਸੀਂ ਰეკਮੈਂਡ ਕਰਦੇ ਹੋ ਜਿਹੜੇ ਲੈ ਕੇ ਆਪਣੇ ਪੋਰਟਫੋਲੀਓ 'ਚ ਡਾਲ ਲੈਣੇ ਚਾਹੀਦੇ ਨੇ? ਦੇਖੋ, ਜਿਹੜਾ AI ਹੈ ਇਟ ਇਜ਼ ਅ ਨਿਊ ਕਨਸੈਪਟ। US ਦੇ ਵਿੱਚ ਜਿਹੜਾ ਰੀਸੈਂਟਲੀ ਨੈਸਡੈਕ ਦੇ ਵਿੱਚ ਬੁੱਲ ਰੈਲੀ ਆਈ, ਉਹਦੇ ਵਿੱਚ AI ਦੇ ਸ਼ੇਅਰਸ ਜਿਹੜੇ ਸੀ ਦੋਜ਼ ਇਨਕਰੀਜ਼ਡ ਮੈਨੀ ਫੋਲਡ। ਸੋ ਡਿਊ ਟੂ ਦੈਟ ਨੈਸਡੈਕ ਵਾਸ ਬੁਲਿਸ਼। ਤੇ ਸਿਮਿਲਰ ਪੈਟਰਨ ਆਪਣੇ ਇੰਡੀਆ ਦੇ ਵਿੱਚ ਵੀ ਚੱਲੇਗਾ। ਸਾਡੇ ਦਾ ਸ਼ੇਅਰ ਮਾਰਕੀਟ ਦੇ ਵਿੱਚ ਵੈਸੇ ਵੀ ਇੱਕ ਕਹਾਵਤ ਹੈ ਕਿ ਬਾਏ ਡੀਅਰ ਸੈਲ ਡੀਅਰਰ। ਓਕੇ, ਮਤਲਬ ਠੀਕ ਹੈ, ਤੁਸੀਂ ਮਹਿੰਗਾ ਖਰੀਦੋ ਇਸ ਵੇਲੇ ਇਹ ਨਾ ਸੋਚੋ, ਬਟ ਕੰਪਨੀ ਗੁੱਡ ਖਰੀਦੋ ਕਿ ਡੋਂਟ ਗੋ ਫॉर ਕੁਆਂਟੀਟੀ, ਗੋ ਫॉर ਕੁਆਲਿਟੀ। ਵੈਰੀ ਟਰੂ, ਇਟਸ ਇੰਪੋਰਟੈਂਟ ਟੂ ਗੋ ਫॉर ਦ ਕੁਆਲਿਟੀ ਸ਼ੇਅਰਸ ਬਿਕਾਜ਼ ਉਹ ਤੁਹਾਨੂੰ ਅੱਗੇ ਜਾ ਕੇ ਲੌਂਗ ਟਰਮ ਰਿਟਰਨ ਜ਼ਰੂਰ ਦੇਣਗੇ। ਸਰ, ਇਹਦੇ ਨਾਲ ਹੀ ਮੈਨੂੰ ਇੱਕ ਹੋਰ ਚੀਜ਼ ਦੱਸ ਦਿਓ, ਲੌਂਗ ਟਰਮ ਲਈ ਕਿਸੇ ਨੇ ਲੈ ਕੇ ਰੱਖਣੇ ਹੋਣ ਸ਼ੇਅਰਸ, ਉਹਦਾ ਵੀ ਕੋਈ ਅਲੱਗ ਤੋਂ ਤੁਸੀਂ ਸ਼ੇਅਰ ਰეკਮੈਂਡ ਕਰ ਸਕਦੇ ਹੋ? ਜਿਹੜੇ ਮੈਮ ਸ਼ੇਅਰ ਮੈਂ ਹੁਣੇ ਰਿਕਮੈਂਡ ਕੀਤੇ ਨੇ, ਇਹ ਸਾਰੇ ਲੌਂਗ ਟਰਮ ਲਈ ਵੀ ਰੱਖੇ ਜਾ ਸਕਦੇ ਆ। ਸਰ, ਮੇਰਾ ਇੱਕ ਹੋਰ ਕੁਐਸਚਨ ਹੈ, ਉਹ ਰਿਲੇਟਡ ਹੈ ਕਿ ਬਾਇੰਗ ਜਿਹੜਾ ਆਪਾਂ 골ਡ ਖਰੀਦਦੇ ਆ, ਉਹ ਫਿਜ਼ੀਕਲ ਫਾਰਮ 'ਚ ਲੈਣਾ ਜ਼ਿਆਦਾ ਬੈਟਰ ਹੈ ਕਿ ਡਿਜੀਟਲ ਫਾਰਮ 'ਚ ਲੈਣਾ ਜ਼ਿਆਦਾ ਬੈਟਰ ਹੈ? ਪੈਟਰੋਲੀਅਮ ਤੋਂ ਬਾਅਦ ਸਾਡਾ ਨੰਬਰ 2 ਦੇ ਉੱਤੇ ਜਿਹੜਾ ਇੰਪੋਰਟ ਅਸੀਂ ਕਰਦੇ ਹਾਂ, ਅਸੀਂ 골ਡ ਕਰਦੇ ਹਾਂ ਜੀ। ਸਾਡਾ ਫੋਰਨ ਕਰੰਸੀ ਇੰਨੀ ਬਾਹਰ ਜਾਂਦੀ ਹੈ 골ਡ ਦੇ ਸਿਲਸਿਲੇ ਦੇ ਵਿੱਚ, 골ਡ ਦੇ ਜਗ੍ਹਾ, ਕਿਉਂਕਿ ਸਾਨੂੰ ਪੋਜੈਸਿਵਨੈਸ ਬਹੁਤ ਹੈ ਸਾਡੇ ਹਾਊਸ ਹੋਲਡ ਨੂੰ ਨਾ 골ਡ ਦੇ ਰਿਗਾਰਡਿੰਗ। ਬਟ ਜਦੋਂ ਹੁਣ ਗਵਰਨਮੈਂਟ ਨੇ ਡਿਜੀਟਲ 골ਡ ਸ਼ੁਰੂ ਕੀਤਾ, ਉਹਦੇ ਕੁਝ ਐਡਵਾਂਟੇजेस ਨੇ ਮੈਮ। ਹੁਣ ਦਾ ਮਾਰਕੀਟ ਦਾ ਜਿਹੜਾ ਤੁਸੀਂ ਸਿਨੈਰੀਓ ਦੇਖ ਰਹੇ ਹੋ, ਉਹਦੇ ਨਾਲ ਤੁਹਾਨੂੰ ਕੀ ਲੱਗਦਾ ਜਿਹੜੀ ਹੁਣ ਮਾਰਕੀਟ ਚੱਲ ਰਹੀ ਹੈ ਉਹ ਕਰੰਟ, ਉਹ ਪੋਜ਼ਿਟਿਵ ਚੱਲ ਰਹੀ ਹੈ ਕਿ ਨੈਗੇਟਿਵ ਚੱਲ ਰਹੀ ਹੈ? ਬਟ ਕੀਪਿੰਗ ਇਨ ਵਿਊ, ਕਿਉਂਕਿ ਅਜੇ ਇੰਟਰਨੈਸ਼ਨਲ ਸਿਨੈਰੀਓ ਕਲੀਅਰ ਨਹੀਂ ਹੈ ਤੇ ਹਜੇ ਇਨਵੈਸਟਮੈਂਟ ਦਾ ਟਾਈਮ ਤੇ ਨਹੀਂ ਹੈ, ਹਜੇ ਵੇਟ ਐਂਡ ਵਾਚ ਹੈ। ਨਾ ਤਾਂ ਅਸੀਂ ਅਜੇ ਇਹਨੂੰ ਰਿਕਮੈਂਡ ਕਰ ਸਕਦੇ ਹਾਂ ਕਿ ਤੁਸੀਂ ਇਨਵੈਸਟ ਕਰੋ, ਨਾ ਹੀ ਇਸ ਵੇਲੇ ਸ਼ਾਰਟ ਕਰਨ ਦਾ ਟਾਈਮ ਹੈ। ਇਹਦਾ ਮਤਲਬ ਜਿਹੜੇ ਬੰਦੇ ਹੁਣ ਇਨਵੈਸਟ ਕਰਨ ਦੀ ਲਈ ਸੋਚ ਰਹੇ ਨੇ, ਉਹ ਹਾਲੇ ਥੋੜਾ ਹੋਲਡ ਕਰ ਲੈਣ ਆਪਣੀ ਸਿਚੁਏਸ਼ਨ ਨੂੰ। ਇਸ ਵਾਰੀ ਤੁਹਾਨੂੰ ਕੀ ਲੱਗਦਾ ਜਿਹੜੀ ਹੁਣ 2023 ਦੀ ਦੀਵਾਲੀ ਆਏਗੀ, ਉਹ ਲੋਕਾਂ ਦੇ ਲਈ ਬਲੈਕ ਰਹੇਗੀ ਜਾਂ ਉਹਨਾਂ ਦੇ ਲਈ ਫਰੂਟਫੁਲ ਰਿਜ਼ਲਟਸ ਲੈ ਕੇ ਆਏਗੀ? ਬਟ ਦੀਵਾਲੀ ਐਜ਼ ਅ ਸੱਚ ਉਹ ਆਪਣੀ ਇੰਨੀ ਇੰਪੋਰਟੈਂਟ ਨਹੀਂ ਰਹੀ ਜਿੰਨਾ ਕਿ ਬਾਕੀ ਹੋਰ ਫੈਕਟਰਸ ਨੇ ਇੰਪੋਰਟੈਂਟ। ਉਹਦਾ ਕਿ ਇੰਡੀਆ ਔਰ ਕੈਨੇਡਾ ਦੇ ਜਿਹੜੀ ਇਹ ਪੋਲਿਟੀਕਲ ਇਸ਼ੂ ਚੱਲ ਰਿਹਾ, ਇਹਦੇ ਕਰਕੇ ਵੀ ਮਾਰਕੀਟ ਫਲਕਚੁਏਟ ਕਰ ਸਕਦੀ ਹੈ ਹੋਰ ਅੱਗੇ? ਦੇਖੋ, ਜਿਸ ਦਿਨ ਇਹ ਨਿਊਜ਼ ਆਈ ਨਾ ਜੀ, ਉਸ ਦਿਨ ਮਾਰਕੀਟ ਨੂੰ ਫਰਕ ਪਿਆ ਸੀਗਾ, ਕਿਉਂਕਿ ਇੰਡੀਅਨ ਮਾਰਕੀਟਸ ਦੇ ਵਿੱਚ ਕੈਨੇਡਾ ਦੇ ਜਿਹੜੇ ਪੈਨਸ਼ਨ ਫੰਡਸ ਹੈ, ਉਹਨਾਂ ਦਾ 1 ਲੱਖ ਕਰੋੜ ਤੋਂ ਜ਼ਿਆਦਾ ਲੱਗਦਾ ਹੈਗਾ ਸਾਡੀਆਂ ਮਾਰਕੀਟਸ ਦੇ ਵਿੱਚ ਅੱਛੇ ਸ਼ੇਅਰਾਂ ਦੇ ਵਿੱਚ ਜਿਹੜੇ। ਲੇਕਿਨ ਸਰ 2024 ਦੇ ਅੰਦਰ ਇਲੈਕਸ਼ਨਸ ਆ ਰਹੇ ਨੇ, ਉਹ ਇੰਪੈਕਟ ਕਰੇਗੀ ਆਪਣੀ ਸ਼ੇਅਰ ਮਾਰਕੀਟ ਨੂੰ? ਕਿ ਇੱਕ ਵਾਰ ਜਦੋਂ ਗਵਰਨਮੈਂਟ ਨਵੀਂ ਆਉਂਦੀ ਹੈ, ਉਹਨਾਂ ਦੇ ਜਿਹੜੇ ਵਾਅਦੇ ਹੁੰਦੇ, ਉਹਨਾਂ ਦੀਆਂ ਜਿਹੜੀਆਂ ਉਮੀਦਾਂ ਹੁੰਦੀਆਂ, ਉਹਨਾਂ ਦੇ ਉੱਤੇ ਮਾਰਕੀਟਾਂ ਚੱਲਦੀਆਂ ਜ਼ਰੂਰ ਹੈ ਜੀ, ਇਹ ਕੋਈ ਦੋ ਰਾਏ ਨਹੀਂ। ਸੋ ਦੈਟਸ ਵਾਈ ਆਈ ਐਮ ਟੈਲਿੰਗ ਯੂ ਕਿ ਇਨ ਕੇਸ ਮਾਰਕੀਟ ਡਿਪਸ ਡਿਊ ਟੂ ਦਾ ਰੀਜ਼ਨ ਕਿ ਰੂਲਿੰਗ ਪਾਰਟੀ ਦੀ ਆਉਣ ਦੀ ਸੰਭਾਵਨਾ ਘਟ ਜਾਂਦੀ ਹੈ, ਤੇ ਉਸ ਕੇਸ ਦੇ ਵਿੱਚ ਇਟ ਵਿਲ ਬੀ ਬਾਇੰਗ ਟਾਈਮ ਐਂਡ ਗੁੱਡ ਇਨ ਗੁੱਡ ਸ਼ੇਅਰਸ। ਇਹ ਮੇਰੀ ਸੁਜੈਸ਼ਨ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ। ਮੰਡੇ ਟੂ ਫਰਾਈਡੇ ਤੁਸੀਂ ਬਿਜ਼ੀ ਰਹਿੰਦੇ ਹੋ ਸ਼ੇਅਰ ਮਾਰਕੀਟ ਦੇ ਅੰਦਰ, इसी कारण आज लेकर आए हैं अपने पैनल पे एक एक्सपर्ट मिस्टर राकेश उपल। सर, कुछ मेरे थोड़े जे सवाल ने शेयर मार्केट ਦੇ ਰਿਲੇਟਡ, ਮੇਰੇ ਖਿਆਲ ਨਾਲ ਜਿਹੜੇ ਮੇਰੇ ਹੋਣਗੇ ਉਹ ਕਾਫੀ ਜ਼ਿਆਦਾ ਵਿਊਅਰਸ ਦੇ ਵੀ ਰਹਿੰਦੇ ਹੋਣਗੇ। ਹੁਣ ਦਾ ਮਾਰਕੀਟ ਦਾ ਜਿਹੜਾ ਤੁਸੀਂ ਸਿਨੈਰੀਓ ਦੇਖ ਰਹੇ ਹੋ, ਉਹਦੇ ਨਾਲ ਤੁਹਾਨੂੰ ਕੀ ਲੱਗਦਾ ਜਿਹੜੀ ਹੁਣ ਮਾਰਕੀਟ ਚੱਲ ਰਹੀ ਹੈ ਉਹ ਕਰੰਟ, ਉਹ ਪੋਜ਼ਿਟਿਵ ਚੱਲ ਰਹੀ ਹੈ ਕਿ ਨੈਗੇਟਿਵ ਚੱਲ ਰਹੀ ਹੈ? ਮਾਰਕੀਟ ਮੈਮ ਉਹਨੇ ਰੀਸੈਂਟਲੀ ਆਪਣਾ ਆਲ ਟਾਈਮ ਹਾਈ ਲਗਾ ਕੇ ਆਈ ਹੈ 20,200 ਸਮਥਿੰਗ ਦਾ ਨਿਫਟੀ,
ਬਟ ਉਸ ਤੋਂ ਬਾਅਦ ਉੱਥੇ ਇੱਕ ਪ੍ਰੋਫਿਟ ਬੁਕਿੰਗ ਆ ਗਈ। ਕੀਪਿੰਗ ਇਨ ਵਿਊ ਜਿਹੜਾ ਓਵਰਆਲ ਇੰਟਰਨੈਸ਼ਨਲ ਸਿਨੈਰੀਓ ਚੱਲ ਰਿਹਾ ਹੈ, ਕਰੂਡ ਪ੍ਰਾਈਸਿਸ ਹਾਈ ਜਾ ਰਹੀਆਂ, ਆਪਣਾ ਜਿਹੜੀ ਡਾਲਰ ਇੰਡੈਕਸ ਆ ਉਹ ਹਾਈ ਜਾ ਰਿਹਾ, ਉਹਦੇ ਕਾਰਨ ਮਾਰਕੀਟ ਵਰਲਡ ਵਾਈਡ ਜਿਹੜੀਆਂ ਕਰੈਕਸ਼ਨ ਦੇ ਮੋਡ ਦੇ ਵਿੱਚ ਆ ਗਈਆਂ ਤੇ ਇੰਡੀਅਨ ਮਾਰਕੀਟਸ ਵੀ ਉਸ ਤੋਂ ਅਛੂਤੀਆਂ ਨਹੀਂ ਰਹੀਆਂ। ਇੰਡੀਅਨ ਮਾਰਕੀਟ ਇਸ ਵੇਲੇ ਜਿਹੜੀ ਨਿਫਟੀ ਹੈ ਸਾਡੀ 19,000 ਕਰੀਬ 600 ਸਮਥਿੰਗ ਦੇ ਕਰੀਬ ਚੱਲ ਰਹੀ ਹੈ। ਇਹ ਆਪਣੇ ਆਲ ਟਾਈਮ ਹਾਈ ਤੋਂ 3.5% ਦੀ ਕਰੈਕਸ਼ਨ ਲੈ ਕੇ ਚੱਲ ਰਹੀ ਹੈ। ਬਟ ਕੀਪਿੰਗ ਇਨ ਵਿਊ ਕਿਉਂਕਿ ਅਜੇ ਇੰਟਰਨੈਸ਼ਨਲ ਸਿਨੈਰੀਓ ਕਲੀਅਰ ਨਹੀਂ ਹੈ ਤੇ ਹਜੇ ਇਨਵੈਸਟਮੈਂਟ ਦਾ ਟਾਈਮ ਤੇ ਨਹੀਂ ਹੈ, ਹਜੇ ਵੇਟ ਐਂਡ ਵਾਚ ਹੈ। ਨਾ ਤਾਂ ਅਸੀਂ ਅਜੇ ਇਹਨੂੰ ਰਿਕਮੈਂਡ ਕਰ ਸਕਦੇ ਹਾਂ ਕਿ ਤੁਸੀਂ ਇਨਵੈਸਟ ਕਰੋ, ਨਾ ਹੀ ਇਸ ਵੇਲੇ ਸ਼ਾਰਟ ਕਰਨ ਦਾ ਟਾਈਮ ਹੈ। ਇਸ ਵੇਲੇ ਵੇਟ ਐਂਡ ਵਾਚ ਹੈ, ਲੈਟ ਅਸ ਵੇਟ। ਥੋੜੀ ਮਾਰਕੀਟ ਹੋਰ ਫਰਦਰ ਕਰੈਕਸ਼ਨ ਲੈਂਦੀ ਹੈ, 6-5% ਦੀ ਕਰੈਕਸ਼ਨ ਜਦੋਂ ਲੈਂਦੀ ਹੈ ਮਾਰਕੀਟ, ਫਿਰ ਆਪਾਂ ਦੁਬਾਰਾ ਰਿਵਿਊ ਕਰਾਂਗੇ ਕਿ ਹਾਂ 19,000 ਦੇ ਕਰੀਬ ਆ ਕੇ ਆਪਣਾ ਦੁਬਾਰਾ ਬਾਇੰਗ ਟਾਈਮ ਬਣਦਾ ਹੈ ਜਾਂ ਹਜੇ ਨਹੀਂ ਬਣਦਾ। ਇਹਦਾ ਮਤਲਬ ਜਿਹੜੇ ਬੰਦੇ ਹੁਣ ਇਨਵੈਸਟ ਕਰਨ ਦੀ ਲਈ ਸੋਚ ਰਹੇ ਨੇ ਉਹ ਹਾਲੇ ਥੋੜਾ ਹੋਲਡ ਕਰ ਲੈਣ ਆਪਣੀ ਸਿਚੁਏਸ਼ਨ ਨੂੰ। ਸਰ ਜਿਵੇਂ ਕਿ ਦੇਖਦੇ ਹਮੇਸ਼ਾ ਦੀਵਾਲੀ ਆਉਂਦੀ ਹੈ ਤੇ ਦੀਵਾਲੀ ਦੇ ਨੇੜੇ ਤੇੜੇ ਜਿਹੜੀ ਮਾਰਕੀਟ ਹੈ ਉਹ ਕਿਤੇ ਨਾ ਕਿਤੇ ਉੱਪਰ ਵੀ ਜਾਂਦੀ ਹੈ, ਫਲਕਚੁਏਟ ਵੀ ਕਰਦੀ ਕਈ ਵਾਰੀ। ਇਸ ਵਾਰੀ ਤੁਹਾਨੂੰ ਕੀ ਲੱਗਦਾ ਜਿਹੜੀ ਹੁਣ 2023 ਦੀ ਦੀਵਾਲੀ ਆਏਗੀ ਉਹ ਲੋਕਾਂ ਦੇ ਲਈ ਬਲੈਕ ਰਹੇਗੀ ਜਾਂ ਉਹਨਾਂ ਦੇ ਲਈ ਫਰੂਟਫੁਲ ਰਿਜ਼ਲਟਸ ਲੈ ਕੇ ਆਏਗੀ? ਦੇਖੋ ਜਿਹੜਾ ਦੀਵਾਲੀ ਵਾਲਾ ਕਨਸੈਪਟ ਸੀ ਨਾ, ਇਹ ਜਦੋਂ ਤੱਕ ਤੇ ਇੰਡੀਅਨ ਮਾਰਕੀਟਸ ਇੰਟਰਨੈਸ਼ਨਲ ਮਾਰਕੀਟਸ ਦੇ ਨਾਲ ਕਨਫਾਈਨਡ ਨਹੀਂ ਸੀ, ਅੱਜ ਤੋਂ 20-25 ਸਾਲ ਪੁਰਾਣੀ ਗੱਲਾਂ ਕਰ ਰਹੇ ਹਾਂ, ਉਹ ਤਾਂ ਦੀਵਾਲੀ ਤੋਂ ਤਾਂ ਤੇਜ਼ੀ ਪੈਂਦੀ ਸੀ ਆਪਣੇ ਬਾਜ਼ਾਰ ਦੇ ਵਿੱਚ। ਬਟ ਜਦੋਂ ਗ੍ਰੈਜੂਅਲੀ ਹੁਣ ਆਪਣੀ ਮਾਰਕੀਟ ਸਾਰੀਆਂ ਗਲੋਬਲਾਈਜ਼ ਹੋ ਗਈਆਂ, ਸਾਰੀਆਂ ਉਹਨਾਂ ਦੇ ਨਾਲ ਆਪਾਂ ਇੱਕ ਤਰ੍ਹਾਂ ਦਾ ਇਨ ਸਿੰਕਰੋਨਾਈਜੇਸ਼ਨ ਵਿਦ ਇੰਟਰਨੈਸ਼ਨਲ ਮਾਰਕੀਟ ਚੱਲਦੇ ਆ ਤੇ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਜੀ ਦੀਵਾਲੀ ਵਾਲੀਆਂ। ਹੁਣ ਬਹੁਤ ਜ਼ਿਆਦਾ ਐਸੇ ਫੈਕਟਰ ਨੇ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇੰਟਰਨੈਸ਼ਨਲ ਮਾਰਕੀਟ ਦੇ ਰਿਗਾਰਡਿੰਗ, ਉਹਦੇ ਕਾਰਨ ਅਜੇ ਦੀਵਾਲੀ ਦੇ ਬਾਰੇ ਕੋਈ ਮਤਲਬ ਐਸਾ ਤੇਜ਼ੀ ਤੂਜੀ ਵਾਲੀ ਤਾਂ ਗੱਲਾਂ ਨਹੀਂ ਸਮਝ ਆਉਂਦੀਆਂ ਜੀ। ਬਟ ਦੀਵਾਲੀ ਐਜ਼ ਅ ਸੱਚ ਉਹ ਆਪਣੀ ਇੰਨੀ ਇੰਪੋਰਟੈਂਟ ਨਹੀਂ ਰਹੀ ਜਿੰਨਾ ਕਿ ਬਾਕੀ ਹੋਰ ਫੈਕਟਰਸ ਨੇ ਇੰਪੋਰਟੈਂਟ। ਜਿਵੇਂ ਸਰ ਤੁਸੀਂ ਕਿਹਾ ਕਿ ਬਾਕੀ ਫੈਕਟਰਸ ਹੋਰ ਇੰਪੋਰਟੈਂਟ ਰਹਿ ਗਏ ਨੇ, ਜਿਵੇਂ ਹੁਣ ਕਰੰਟ ਸਿਨੈਰੀਓ ਦੇ ਅੰਦਰ ਦੇਖਿਆ ਜਾਏ ਇੰਡੀਆ ਕੈਨੇਡਾ ਦਾ ਜਿਹੜਾ ਇਹ ਪ੍ਰੋਬਲਮ ਚੱਲ ਰਹੀ ਹੈ, ਪੋਲਿਟੀਕਲ ਇਸ਼ੂ ਲੱਗ ਰਹੀ ਹੈ, ਕਿਤੇ ਨਾ ਕਿਤੇ ਤੁਸੀਂ ਦੇਖਦੇ ਹੋ ਇਹ ਮਾਰਕੀਟ ਜਿਹੜੀ ਹੁਣ ਪਿੱਛੇ 20 ਦਾ ਆਪਣਾ ਹਾਈ ਕਰਕੇ ਫਿਰ ਵਾਪਸ ਆ ਗਈ, ਨਿਫਟੀ ਦੀ ਗੱਲ ਕਰ ਰਹੀ ਹਾਂ ਮੈਂ, ਜੇ ਉਹ ਵਾਪਸ ਰਿਟਰਨ ਚ ਆ ਗਈ, ਤੁਹਾਨੂੰ ਲੱਗਦਾ ਹੈ ਕਿ ਇੰਡੀਆ ਔਰ ਕੈਨੇਡਾ ਦੇ ਜਿਹੜੀ ਇਹ ਪੋਲਿਟੀਕਲ ਇਸ਼ੂ ਚੱਲ ਰਿਹਾ ਇਹਦੇ ਕਰਕੇ ਵੀ ਮਾਰਕੀਟ ਫਲਕਚੁਏਟ ਕਰ ਸਕਦੀ ਹੈ ਹੋਰ ਅੱਗੇ? ਦੇਖੋ ਜਿਸ ਦਿਨ ਇਹ ਨਿਊਜ਼ ਆਈ ਨਾ ਜੀ ਉਸ ਦਿਨ ਮਾਰਕੀਟ ਨੂੰ ਫਰਕ ਪਿਆ ਸੀਗਾ, ਕਿਉਂਕਿ ਇੰਡੀਅਨ ਮਾਰਕੀਟਸ ਦੇ ਵਿੱਚ ਕੈਨੇਡਾ ਦੇ ਜਿਹੜੇ ਪੈਨਸ਼ਨ ਫੰਡਸ ਹੈ ਉਹਨਾਂ ਦਾ 1 ਲੱਖ ਕਰੋੜ ਤੋਂ ਜ਼ਿਆਦਾ ਲੱਗਦਾ ਹੈਗਾ ਸਾਡੀਆਂ ਮਾਰਕੀਟਸ ਦੇ ਵਿੱਚ, ਅੱਛੇ ਸ਼ੇਅਰਾਂ ਦੇ ਵਿੱਚ ਜਿਹੜੇ ਉਹਨਾਂ ਨੇ ਇਨਵੈਸਟ ਕੀਤੇ ਹੋਏ ਹੈ। ਉਸ ਦਿਨ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਉਹ ਕੀਪਿੰਗ ਇਨ ਵਿਊ ਕਿ ਜਿਹੜੇ ਸਾਡੇ ਆਪਸ ਦੇ ਜੀਓਪੋਲੀਟੀਕਲ ਰਿਲੇਸ਼ਨ ਹੈ ਖਰਾਬ ਹੋ ਰਹੇ ਨੇ ਕੈਨੇਡਾ ਨਾਲ, ਤੇ ਹੋ ਸਕਦਾ ਉਹ ਸ਼ਾਇਦ ਸੈਲ ਕਰਨ ਲਈ ਆਉਣ। ਬਟ ਦੇ ਆਰ ਫਾਈਨੈਂਸ਼ੀਅਲ ਪਰਸਨਸ, ਦੇ ਆਰ ਮੋਰ ਪ੍ਰੂਡੈਂਟ ਅਬਾਊਟ ਕਿ ਹਾਂ ਇੰਡੀਅਨ ਗਰੋਥ ਸਟੋਰੀ ਤਾਂ ਆਲਵੇਜ਼ ਹੈ ਹੀ ਹੈ। ਤੁਹਾਨੂੰ ਪਤਾ ਚੱਲ ਰਹੀ ਵਰਲਡ ਦੇ ਵਿੱਚ ਅਸੀਂ ਸਭ ਤੋਂ ਜ਼ਿਆਦਾ ਅੱਛੀ ਸਪੀਡ ਨਾਲ ਗਰੋ ਕਰ ਰਹੇ ਹਾਂ, ਸਾਡੀ GDP ਹਾਈਐਸਟ ਰੇਟ ਦੇ ਉੱਤੇ ਗਰੋ ਕਰ ਰਹੀ ਹੈ, ਅੱਛੀ ਜਿਹੜੀ ਵੱਡੀਆਂ ਇਕਨੋਮੀਜ਼ ਉਹਨਾਂ ਦੇ ਵਿੱਚ। ਸੋ ਉਸ ਤੋਂ ਬਾਅਦ ਬਟ ਉਹਨਾਂ ਵੱਲੋਂ ਕੋਈ ਸੈਲਿੰਗ ਐਸ ਸੱਚ ਆਈ ਨਹੀਂ ਤੇ ਇਸ ਕਾਰਨ ਮਾਰਕੀਟਾਂ ਉਸ ਤੋਂ ਬਾਅਦ ਸੰਭਲ ਗਈਆਂ ਸੀ। ਬਟ ਫਿਰ ਦੁਬਾਰਾ US ਮਾਰਕੀਟਾਂ ਗਿਰ ਗਈਆਂ, ਡਾਓ ਜੋਨਸ ਗਿਰ ਗਿਆ, ਨੈਸਡੈਕ ਗਿਰ ਗਿਆ, ਉਹਦੇ ਕਾਰਨ ਫਿਰ ਦੁਬਾਰਾ ਤੋਂ ਸਾਡੀਆਂ ਮਾਰਕੀਟਾਂ ਉਹਨਾਂ ਦੇ ਸਿੰਕਰੋਨਾਈਜੇਸ਼ਨ ਦੇ ਨਾਲ ਉਹਨੂੰ ਫੋਲੋ ਕਰਦੇ ਹੋਏ ਦੁਬਾਰਾ ਗਿਰੀਆਂ। ਤਾਂ ਸੋ ਕੋਈ ਸਿਰਫ ਕੈਨੇਡਾ ਦਾ ਕੋਈ ਐਡਾ ਵੱਡਾ ਇਸ਼ੂ ਨਹੀਂ ਲੱਗ ਰਿਹਾ ਜੀ ਮਾਰਕੀਟ ਦੇ ਰਿਲੇਟਡ। ਲੇਕਿਨ ਸਰ 2024 ਦੇ ਅੰਦਰ ਇਲੈਕਸ਼ਨਸ ਆ ਰਹੇ ਨੇ, ਉਹ ਇੰਪੈਕਟ ਕਰੇਗੀ ਆਪਣੀ ਸ਼ੇਅਰ ਮਾਰਕੀਟ ਨੂੰ? ਕਿਉਂਕਿ ਹਮੇਸ਼ਾ ਜਦ ਵੀ ਇਲੈਕਸ਼ਨਸ ਆਉਂਦੇ ਨੇ ਮਾਰਕੀਟ ਮੈਂ ਦੇਖਿਆ ਕਾਫੀ ਜ਼ਿਆਦਾ ਰਾਈਜ਼ ਕਰਦੀ ਹੈ। ਇਸ ਵਾਰੀ ਤੁਸੀਂ ਕੀ ਦੇਖਦੇ ਹੋ 2024 ਦੇ ਅੰਦਰ ਮਾਰਕੀਟ ਕੀ ਹਲਚਲ ਦਿਖਾਏਗੀ? ਕੁਝ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਕਿ ਕਿਹੜੀ ਪਾਰਟੀ ਦੇ ਆਉਣ ਦੀ ਉਮੀਦ ਹੈ। ਅਗਰ ਤਾਂ ਰੂਲਿੰਗ ਪਾਰਟੀ ਦੇ ਆਉਣ ਦੇ ਚਾਂਸਸ ਬਣ ਜਾਂਦੇ ਆ, ਉਸ ਕੇਸ ਦੇ ਵਿੱਚ ਤਾਂ ਮਾਰਕੀਟ ਫੇਰ ਦੁਬਾਰਾ ਤੋਂ ਰੈਲੀ ਸ਼ੁਰੂ ਹੋ ਜਾਏਗੀ ਜੀ। ਸਪੋਜ਼ ਕਰੋ ਰੂਲਿੰਗ ਪਾਰਟੀ ਦੇ ਆਉਣ ਦੇ ਚਾਂਸਸ ਨਹੀਂ ਬਣਦੇ ਕਿਉਂਕਿ ਹੌਲੀ ਹੌਲੀ ਨਾ ਜਿਹੜੇ ਰੁਝਾਨ ਆਉਣੇ ਸ਼ੁਰੂ ਹੋ ਜਾਂਦੇ, ਪਹਿਲਾਂ ਪ੍ਰੀ ਪੋਲ ਆਪਣਾ ਜਿਹੜੇ ਸਰਵੇ ਚੱਲਦੇ ਉਹਨਾਂ ਤੋਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਅਗਰ ਸਪੋਜ਼ ਕਰੋ ਰੂਲਿੰਗ ਪਾਰਟੀ ਦੇ ਉਲਟ ਆਉਂਦੇ ਆ, ਲੱਗਦਾ ਕਿ ਰੂਲਿੰਗ ਪਾਰਟੀ ਨਹੀਂ ਦੁਬਾਰਾ ਆਏਗੀ ਵਜ਼ਾਰਤ ਦੇ ਵਿੱਚ, ਤੇ ਉਸ ਕੇਸ ਦੇ ਵਿੱਚ ਬਾਜ਼ਾਰ ਫਿਰ ਡਿਪ ਲੈ ਸਕਦਾ। ਬਟ ਜਿਹੜਾ ਉਹ ਡਿਪ ਲੈਂਦਾ ਅਗਰ ਕੋਈ ਇੱਦਾਂ ਦੇ ਬਣਦਾ ਸਬਬ ਬਣਦਾ ਇੱਦਾਂ ਦਾ, ਤਾਂ ਉਸ ਕੇਸ ਦੇ ਵਿੱਚ ਅਸੀਂ ਇਹ ਕਹਾਂਗੇ ਕਿ ਉਹ ਲੈਣ ਦਾ ਟਾਈਮ ਹੋਏਗਾ, ਅੱਛੇ ਸ਼ੇਅਰਾਂ 'ਚ ਇਨਵੈਸਟ ਕਰਨ ਦਾ ਟਾਈਮ ਹੋਏਗਾ। ਐਂਡ ਐਜ਼ ਯੂ ਰਾਈਟਲੀ ਸੈਡ ਕਿ ਇੱਕ ਵਾਰ ਜਦੋਂ ਗਵਰਨਮੈਂਟ ਨਵੀਂ ਆਉਂਦੀ ਹੈ, ਉਹਨਾਂ ਦੇ ਜਿਹੜੇ ਵਾਅਦੇ ਹੁੰਦੇ, ਉਹਨਾਂ ਦੀਆਂ ਜਿਹੜੀਆਂ ਉਮੀਦਾਂ ਹੁੰਦੀਆਂ, ਉਹਨਾਂ ਦੇ ਉੱਤੇ ਮਾਰਕੀਟਾਂ ਚੱਲਦੀਆਂ ਜ਼ਰੂਰ ਹੈ ਜੀ।
ਇਹ ਕੋਈ ਦੋ ਰਾਏ ਨਹੀਂ। ਸੋ ਦੈਟਸ ਵਾਈ ਆਈ ਐਮ ਟੈਲਿੰਗ ਯੂ ਕਿ ਇਨ ਕੇਸ ਮਾਰਕੀਟ ਡਿਪਸ ਡਿਊ ਟੂ ਦਾ ਰੀਜ਼ਨ ਕਿ ਰੂਲਿੰਗ ਪਾਰਟੀ ਦੀ ਆਉਣ ਦੀ ਸੰਭਾਵਨਾ ਘਟ ਜਾਂਦੀ ਹੈ, ਕਿ ਉਸ ਕੇਸ ਦੇ ਵਿੱਚ ਇਟ ਵਿਲ ਬੀ ਬਾਇੰਗ ਟਾਈਮ ਐਂਡ ਗੁੱਡ ਇਨ ਗੁੱਡ ਸ਼ੇਅਰਸ। ਇਹ ਮੇਰੀ ਸੁਜੈਸ਼ਨ ਹੈ ਜੀ। ਅੱਗੇ ਆਉਣ ਲਈ ਮੰਡੇ ਟੂ ਫਰਾਈਡੇ ਲਈ ਤੁਸੀਂ ਕੀ ਰეკਮੈਂਡ ਕਰਦੇ ਹੋ? ਵੀਕਲੀ ਸ਼ੇਅਰ ਅਗਰ ਕਿਸੇ ਨੇ ਆਪਣੀ ਬਕਟ ਲਿਸਟ ਦੇ ਅੰਦਰ ਜਾਂ ਆਪਣੇ ਪੋਰਟਫੋਲੀਓ ਦੇ ਅੰਦਰ ਡਾਲਨੇ ਹੈ, ਉਹ ਤੁਸੀਂ ਕਿਹੜੇ ਟੌਪ 5 ਜਾਂ ਟੌਪ 10 ਕਿਹੜੇ ਰეკਮੈਂਡ ਕਰਦੇ ਹੋ ਸ਼ੇਅਰਸ? ਦੇਖੋ, ਮੈਂ ਇਹਦੇ ਵਿੱਚ ਇੱਕ ਤਾਂ ਮੈਂ ਆਟੋਮੋਬਾਈਲ ਸੈਕਟਰ ਦੇ ਉੱਤੇ ਥੋੜਾ ਬੁਲਿਸ਼ ਹਾਂ ਜੀ। ਉਹਦੇ 'ਚ ਟਾਟਾ ਮੋਟਰ ਗੁੱਡ ਸ਼ੇਅਰ, ਹੀਰੋ ਮੋਟਰ ਇਜ਼ ਆਲਸੋ ਮੇਰੇ ਪੋਰਟਫੋਲੀਓ ਦੇ ਵਿੱਚ ਹੈ। ਮੈਂ ਰੀਸੈਂਟਲੀ ਲਿੱਤਾ ਹੈ ਡਿਪ ਦੇ ਉੱਤੇ, ਤੇ ਟਾਟਾ ਮੋਟਰ ਵੀ ਮੇਰੇ ਕੋਲ ਆਲਰੇਡੀ ਹੈ। ਇਹ ਦੋ ਸ਼ੇਅਰ ਤਾਂ ਹੋ ਗਏ ਆਟੋਮੋਬਾਈਲ ਦੇ ਵਿੱਚ ਜੀ। ਤੇ ਇਸ ਤੋਂ ਕਿਉਂਕਿ ਇਹ ਹੁਣ ਜਦੋਂ ਮੰਥ ਖਤਮ ਹੋ ਰਿਹਾ ਨਾ ਮੈਮ, ਤੇ ਮੰਥ ਖਤਮ ਹੋਣ ਤੋਂ ਬਾਅਦ ਇਹਨਾਂ ਦੇ ਡਾਟਾ ਆਣੇ ਹੈਗੇ ਕਿ ਇਹਨਾਂ ਦੀ ਸੇਲ ਫਿਗਰਸ ਆਉਂਦੀਆਂ, ਤੇ ਜਦੋਂ ਸੇਲ ਫਿਗਰਸ ਆਣੀ ਹੈ ਤੇ ਸਾਨੂੰ ਇਹ ਲੱਗ ਰਿਹਾ ਕਿ ਸੇਲ ਫਿਗਰਸ ਅੱਛੀਆਂ ਆਉਣਗੀਆਂ। ਸੈਕਿੰਡ ਇਸ ਵੇਲੇ ਜਿਹੜਾ ਜਿਹਦੇ ਤੇ ਮੈਂ ਸੈਕਟਰ ਤੇ ਬੁਲਿਸ਼ ਹੈ ਉਹ ਹੈਗੇ PSU ਬੈਂਕ ਜੀ, ਸਰਕਾਰੀ ਬੈਂਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ। ਉਹਨਾਂ ਦੇ ਵਿੱਚ ਪਾਰਟਿਕੂਲਰਲੀ ਇੱਕ ਤਾਂ ਮੈਨੂੰ ਕੈਨਰਾ ਬੈਂਕ ਤੇ ਮੈਂ ਬੁਲਿਸ਼ ਹਾਂ, ਬੈਂਕ ਆਫ ਬੜੌਦਾ ਤੇ ਬੁਲਿਸ਼ ਹੈ, ਤੇ ਇੱਕ ਇਹਨਾਂ ਤੋਂ ਇਲਾਵਾ ਜਿਹੜਾ ਪ੍ਰਾਈਵੇਟ ਸੈਕਟਰ ਬੈਂਕ ਹੈ ਬਟ ਉਹ ਕਾਫੀ ਅੱਛੇ ਚਾਰਟਸ ਦਿਖਾ ਰਿਹਾ, ਕਿਉਂਕਿ ਮੈਂ ਟੈਕਨੀਕਲੀ ਚਾਰਟਸ ਦੇ ਵਿੱਚ ਕਾਫੀ ਜ਼ਿਆਦਾ ਵਿਸ਼ਵਾਸ ਵੀ ਰੱਖਦਾ ਤੇ ਮੈਂ ਮੇਰੀ ਸਟੱਡੀ ਵੀ ਹੈ ਕਾਫੀ ਉਹਦੇ 'ਚ। ਤੇ ਉਹ IDFC ਫਸਟ ਬੈਂਕ ਹੈ ਜੀ। ਉਹ ਇਹ 3 ਸ਼ੇਅਰ ਮਤਲਬ ਬੈਂਕਿੰਗ ਸੈਕਟਰ ਤੋਂ ਵੀ ਮੈਂ ਐਕਸਪੈਕਟ ਕਰ ਰਿਹਾ। ਇਸ ਤੋਂ ਇਲਾਵਾ ਜਿਹੜਾ IT ਸੈਕਟਰ ਹੈ, IT ਸੈਕਟਰ ਦੇ ਵਿੱਚ ਮੈਨੂੰ ਇੱਕ TCS ਜਿਹੜਾ, ਤੇ ਸੈਕੰਡਲੀ ਇਨਫੋਸਿਸ, ਇਹ ਇਸ ਵੇਲੇ ਰੀਸੈਂਟਲੀ ਡਿਪ ਕੀਤੀ ਹੈ ਤੇ ਲੈਣੇ ਬਣਦੇ ਜੀ ਮੇਰੇ ਹਿਸਾਬ ਦੇ ਨਾਲ। ਤੇ ਮੈਂ ਮੇਰਾ ਡਿਸਕਲੇਮਰ ਹੈ ਕਿ ਮੈਂ ਆਲਰੇਡੀ ਇਹਨਾਂ ਸ਼ੇਅਰਾਂ 'ਚ ਇਨਵੈਸਟਡ ਵੀ ਹਾਂ ਤੇ ਮੈਂ ਡਿਪ ਦੇ ਉੱਤੇ ਬਾਇੰਗ ਵੀ ਕਰ ਰਿਹਾ ਇਹਨਾਂ ਸ਼ੇਅਰਸ ਦੇ ਵਿੱਚ। ਸੋ ਮੇਰੇ ਹਿਸਾਬ ਦੇ ਨਾਲ ਇਹ ਕੁਝ ਮੈਂ ਮੇਰਾ ਕਿ 7-8 ਸ਼ੇਅਰ ਤੁਹਾਨੂੰ ਦੱਸ ਦਿੱਤੇ ਹੈ। ਇਹ ਸਾਰੇ ਸ਼ੇਅਰਸ ਇਹ ਵੀਕ ਦੇ 'ਚ ਵੀਕਨੈਸ ਜਦੋਂ ਹੁੰਦੀ ਮਾਰਕੀਟ 'ਚ ਲੈਣੇ ਬਣਦੇ ਨੇ। ਸਰ, ਜਿਵੇਂ ਤੁਸੀਂ ਇਹ ਸਾਰੇ IT ਸੈਕਟਰ, ਬੈਂਕ ਸੈਕਟਰ ਬਾਰੇ ਤੇ ਦੱਸਤਾ, ਲੇਕਿਨ ਇੱਕ ਨਵਾਂ ਸੈਕਟਰ ਹੈ AI ਸੈਕਟਰ, ਉਹਦੇ ਰਿਲੇਟਡ ਵੀ ਕੁਝ ਸ਼ੇਅਰ ਇਹੋ ਜਿਹੇ ਤੁਸੀਂ ਰეკਮੈਂਡ ਕਰਦੇ ਹੋ ਜਿਹੜੇ ਲੈ ਕੇ ਆਪਣੇ ਪੋਰਟਫੋਲੀਓ 'ਚ ਡਾਲ ਲੈਣੇ ਚਾਹੀਦੇ ਨੇ, ਚਾਹੇ ਵੀਕਲੀ ਲਈ ਡਾਲ ਲਈਏ ਜਾਂ ਜਿਵੇਂ ਤੁਹਾਨੂੰ ਲੱਗਦਾ ਹੈ ਲੌਂਗ ਟਰਮ ਲਈ ਡਾਲ ਲਈਏ, ਉਹ ਬੈਟਰ ਰਹਿਣਗੇ? ਦੇਖੋ, ਜਿਹੜਾ AI ਹੈ ਇਟ ਇਜ਼ ਅ ਨਿਊ ਕਨਸੈਪਟ। US ਦੇ ਵਿੱਚ ਜਿਹੜਾ ਰੀਸੈਂਟਲੀ ਨੈਸਡੈਕ ਦੇ ਵਿੱਚ ਬੁੱਲ ਰੈਲੀ ਆਈ, ਉਹਦੇ ਵਿੱਚ AI ਦੇ ਸ਼ੇਅਰਸ ਜਿਹੜੇ ਸੀ ਦੋਜ਼ ਇਨਕਰੀਜ਼ਡ ਮੈਨੀ ਫੋਲਡ। ਸੋ ਡਿਊ ਟੂ ਦੈਟ ਨੈਸਡੈਕ ਵਾਸ ਬੁਲਿਸ਼। ਤੇ ਸਿਮਿਲਰ ਪੈਟਰਨ ਆਪਣੇ ਇੰਡੀਆ ਦੇ ਵਿੱਚ ਵੀ ਚੱਲੇਗਾ। ਐਂਡ ਜਿਹੜਾ IT ਹੈ ਮੈਮ, IT ਦੇ ਜਿੰਨੇ ਵੀ ਸ਼ੇਅਰ ਨੇ ਨਾ, ਇਹ ਸਾਰੇ ਗ੍ਰੈਜੂਅਲੀ AI ਦੇ ਵੱਲ ਜਾਣਗੇ। ਸਾਡੇ ਨਾ ਸ਼ੇਅਰ ਮਾਰਕੀਟ ਦੇ ਵਿੱਚ ਵੈਸੇ ਵੀ ਇੱਕ ਕਹਾਵਤ ਹੈ ਕਿ ਬਾਏ ਡੀਅਰ ਸੈਲ ਡੀਅਰਰ। ਓਕੇ, ਮਤਲਬ ਠੀਕ ਹੈ, ਤੁਸੀਂ ਮਹਿੰਗਾ ਖਰੀਦੋ ਇਸ ਵੇਲੇ ਇਹ ਨਾ ਸੋਚੋ, ਬਟ ਕੰਪਨੀ ਗੁੱਡ ਖਰੀਦੋ। ਜਿੱਦਾਂ ਮੇਰੀ ਤੁਹਾਡੇ ਨਾਲ ਪਹਿਲਾਂ ਵੀ ਕੈਮਰੇ ਤੋਂ ਪਹਿਲਾਂ ਗੱਲ ਹੋਈ ਹੈ, ਤੁਸੀਂ ਅੱਛੇ ਸ਼ੇਅਰਾਂ 'ਚ ਇਨਵੈਸਟ ਕਰਦੇ ਹੋ ਖੁਦ ਵੀ, ਤੇ ਮੈਂ ਖੁਦ ਅੱਛੇ ਸ਼ੇਅਰਾਂ 'ਚ ਇਨਵੈਸਟ ਕਰਦਾ। ਤੇ ਮੈਂ ਜਿੰਨੇ ਵੀ ਆਪਣੇ ਦੇਖਣ ਵਾਲੇ ਸਾਡੇ ਵਿਊਅਰਸ ਨੇ, ਮੈਂ ਉਹਨਾਂ ਨੂੰ ਆਈ ਰਿਕਮੈਂਡ them ਕਿ ਡੋਂਟ ਗੋ ਫॉर ਕੁਆਂਟੀਟੀ, ਗੋ ਫॉर ਕੁਆਲਿਟੀ। ਵੈਰੀ ਟਰੂ, ਇਟਸ ਇੰਪੋਰਟੈਂਟ ਟੂ ਗੋ ਫॉर द ਕੁਆਲਿਟੀ ਸ਼ੇਅਰਸ ਬਿਕਾਜ਼ ਉਹ ਤੁਹਾਨੂੰ ਅੱਗੇ ਜਾ ਕੇ ਲੌਂਗ ਟਰਮ ਰਿਟਰਨ ਜ਼ਰੂਰ ਦੇਣਗੇ। ਸਰ, ਇਹਦੇ ਨਾਲ ਹੀ ਮੈਨੂੰ ਇੱਕ ਹੋਰ ਚੀਜ਼ ਦੱਸ ਦਿਓ, ਲੌਂਗ ਟਰਮ ਲਈ ਕਿਸੇ ਨੇ ਲੈ ਕੇ ਰੱਖਣੇ ਹੋਣ ਸ਼ੇਅਰਸ, ਉਹਦਾ ਵੀ ਕੋਈ ਅਲੱਗ ਤੋਂ ਤੁਸੀਂ ਸ਼ੇਅਰ ਰეკਮੈਂਡ ਕਰ ਸਕਦੇ ਹੋ? ਜਿਹੜੇ ਮੈਮ ਸ਼ੇਅਰ ਮੈਂ ਹੁਣੇ ਰਿਕਮੈਂਡ ਕੀਤੇ ਨੇ, ਇਹ ਸਾਰੇ ਲੌਂਗ ਟਰਮ ਲਈ ਵੀ ਰੱਖੇ ਜਾ ਸਕਦੇ। ਇੰਡੀਆ ਦਾ ਸੈਕਿੰਡ ਬਿਗੇਸਟ ਸਰਕਾਰੀ ਬੈਂਕ ਹੈ PNB ਦੀ ਗੱਲ ਕਰੋ ਸਰ। ਹਾਂਜੀ, SBI ਤੋਂ ਬਾਅਦ PNB ਨੰਬਰ 2 ਦਾ ਸਰਕਾਰੀ ਬੈਂਕ ਹੈ। ਬਟ ਇਹਦੇ 'ਚ ਜਦੋਂ ਨੀਰਵ ਮੋਦੀ ਵਾਲਾ ਇਸ਼ੂ ਆਇਆ ਸੀ, ਪਲੱਸ ਉਹ ਹੋਏ ਸੀਗੇ 1-2 ਇਸ਼ੂ, ਉਸ ਤੋਂ ਬਾਅਦ ਇਹ ਕਾਫੀ ਗਿਰਿਆ, ਸ਼ੇਅਰ ਕਾਫੀ ਟੁੱਟ ਗਿਆ ਸੀ ਉਸ ਟਾਈਮ ਤੇ ਉਹਨਾਂ ਦਾ। ਪਰ ਹੁਣ ਉਹਨਾਂ ਦੀ ਸਾਰੀਆਂ ਪ੍ਰੋਵੀਜ਼ਨਸ ਹੋ ਚੁੱਕੀਆਂ, ਸਾਰੇ ਉਹ ਬੈਡ ਡੈਟਸ ਬੈਂਕ ਪਾ ਚੁੱਕੇ ਆ ਆਪਣੇ, ਇਹਨਾਂ ਨੂੰ ਪ੍ਰੋਵਾਈਡ ਕਰ ਚੁੱਕੇ ਆ ਲੌਸਿਸ ਨੂੰ। ਤੇ ਹੁਣ ਮੈਨੂੰ ਇਹ ਮਲਟੀ ਬੈਗਰ ਬਣਦਾ ਲੱਗਦਾ ਜੀ ਦੁਬਾਰ ਤੋਂ। ਇਹ ਦੋ ਬੈਂਕਾਂ ਦੇ ਉੱਤੇ ਮੈਂ ਬੁਲਿਸ਼ ਹਾਂ। ਇੱਕ ਆਪਣਾ ਮੈਨੂੰ ਇਨਫੋਸਿਸ ਅੱਛਾ ਲੱਗਦਾ ਜੀ ਬਹੁਤ, ਤੇ ਟਾਟਾ ਮੋਟਰ ਜਿਹੜਾ ਹੈ ਇਹ ਵੀ ਇਹਨਾਂ ਦਾ ਜਿਹੜਾ ਟਾਰਗੇਟ ਹੈ, ਟਾਟਾ ਗਰੁੱਪ ਦੀ ਕੰਪਨੀ ਹੈ, ਇਹਨਾਂ ਦਾ ਟਾਰਗੇਟ ਹੈ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ 24 ਤੱਕ ਅਸੀਂ ਡੈਟ ਫ੍ਰੀ ਹੋ ਜਾਵਾਂਗੇ। ਅਗਰ ਇਹ ਡੈਟ ਫ੍ਰੀ ਹੁੰਦੇ ਆ ਤਾਂ ਉਸ ਕੇਸ ਦੇ ਵਿੱਚ ਇਹ ਕੰਪਨੀ ਵੀ ਬਹੁਤ ਅੱਛੀ ਹੈ, ਕਿਉਂਕਿ ਇਹਨਾਂ ਦੀ ਕਾਰਾਂ ਬਹੁਤ ਕਾਮਯਾਬ ਹੈ, ਨਵੀਆਂ ਗੱਡੀਆਂ ਆ ਰਹੀਆਂ, ਨਵੇਂ ਮਾਡਲ ਲੈ ਕੇ ਆ ਰਹੇ ਆ,
ਔਰ ਉਹ ਕਾਫੀ ਵਿਕ ਰਹੀਆਂ, ਇਸ ਕਾਰਨ ਮੈਂ ਇਹਦੇ ਉੱਤੇ ਵੀ ਲੌਂਗ ਟਰਮ ਲਈ। ਸਰ ਮੇਰਾ ਇੱਕ ਹੋਰ ਕੁਐਸਚਨ ਹੈ, ਉਹ ਰਿਲੇਟਡ ਹੈ ਕਿ ਬਾਇੰਗ ਜਿਹੜਾ ਆਪਾਂ 골ਡ ਖਰੀਦਦੇ ਆ ਉਹ ਫਿਜ਼ੀਕਲ ਫਾਰਮ 'ਚ ਲੈਣਾ ਜ਼ਿਆਦਾ ਬੈਟਰ ਹੈ ਕਿ ਡਿਜੀਟਲ ਫਾਰਮ 'ਚ ਲੈਣਾ ਜ਼ਿਆਦਾ ਬੈਟਰ ਹੈ? ਇਹਦਾ ਸੌਰੀ ਸਰ, ਇਹਦਾ ਕੁਐਸਚਨ ਮੈਂ ਇਸ ਲਈ ਪੁੱਛ ਰਹੀ ਕਿਉਂਕਿ ਹੁਣ ਆ ਰਹੀ ਹੈ ਦੀਵਾਲੀ ਤੇ ਕਈ ਲੋਕ ਧਨਤੇਰਸ ਤੇ 골ਡ ਪ੍ਰੈਫਰ ਕਰਦੇ ਨੇ ਲੈਣਾ, ਤੇ ਉਹ ਉਹਨਾਂ ਨੂੰ ਫਿਜ਼ੀਕਲ ਫਾਰਮ 'ਚ ਲੈਣਾ ਚਾਹੀਦਾ ਕਿ ਡਿਜੀਟਲ ਫਾਰਮ 'ਚ ਲੈਣਾ ਚਾਹੀਦਾ ਹੈ? ਦੇਖੋ, ਜੋ ਆਪਣੀ ਪ੍ਰਥਾ ਬਣੀਆਂ ਹੋਈਆਂ ਜੀ ਪੁਰਾਣੀਆਂ, ਉਹਨਾਂ ਦੇ ਤਾਂ ਧਨਤੇਰਸ ਵਾਲੇ ਦਿਨ ਨਾ 골ਡ ਲੋਕ ਫਿਜ਼ੀਕਲ ਹੀ ਲੈਂਦੇ ਸੀ, ਬਟ ਹੁਣ ਆਫ ਲੇਟ ਆ ਕੇ ਜਿੱਦਾਂ ਸਾਰਾ ਕੁਝ ਡਿਜੀਟਲਾਈਜ਼ ਹੋ ਰਿਹਾ ਤੇ ਆਪਣੇ ਮੁਲਕ ਦੀ ਵੀ ਬਿਹਤਰੀ ਲਈ ਆਪਣਾ ਫੋਰਨ ਐਕਸਚੇਂਜ ਵੀ ਆਊਟਗੋ ਨਾ ਹੋਵੇ, ਕਿਉਂਕਿ ਆਪਣਾ ਯੂ ਮਾਈਟ ਬੀ ਨੋਇੰਗ ਇਟ ਕਿ ਜਿਹੜਾ ਪੈਟਰੋਲੀਅਮ ਤੋਂ ਬਾਅਦ ਸਾਡਾ ਨੰਬਰ 2 ਦੇ ਉੱਤੇ ਜਿਹੜਾ ਇੰਪੋਰਟ ਅਸੀਂ ਕਰਦੇ ਹਾਂ, ਅਸੀਂ 골ਡ ਕਰਦੇ ਹਾਂ ਜੀ। ਸਾਡਾ ਫੋਰਨ ਕਰੰਸੀ ਇੰਨੀ ਬਾਹਰ ਜਾਂਦੀ ਹੈ 골ਡ ਦੇ ਸਿਲਸਿਲੇ ਦੇ ਵਿੱਚ, 골ਡ ਦੇ ਜਗ੍ਹਾ, ਕਿਉਂਕਿ ਸਾਨੂੰ ਪੋਜੈਸਿਵਨੈਸ ਬਹੁਤ ਹੈ ਸਾਡੇ ਹਾਊਸ ਹੋਲਡ ਨੂੰ ਨਾ 골ਡ ਦੇ ਰਿਗਾਰਡਿੰਗ। ਬਟ ਜਦੋਂ ਹੁਣ ਗਵਰਨਮੈਂਟ ਨੇ ਡਿਜੀਟਲ 골ਡ ਸ਼ੁਰੂ ਕੀਤਾ, ਉਹਦੇ ਕੁਝ ਐਡਵਾਂਟੇਜਸ ਨੇ ਮੈਮ। ਉਹਦੇ ਵਿੱਚ ਇੱਕ ਤਾਂ ਤੁਹਾਨੂੰ 골ਡ ਸੰਭਾਲਣ ਦੀ ਲੋੜ ਨਹੀਂ, ਕੋਈ ਲੋਕਰਾਂ 'ਚ ਰੱਖਣ ਦੀ ਲੋੜ ਨਹੀਂ, ਬੈਂਕ ਦੇ ਅੰਦਰ ਲੋਕਰ 'ਚ ਜਾ ਕੇ ਰੱਖਣ ਦੀ ਲੋੜ ਹਾਂ ਉਹ ਲੋੜ ਨਹੀਂ। ਤੁਸੀਂ ਆਪਣਾ ਤੁਹਾਡਾ ਡੀਮੈਟ ਅਕਾਊਂਟ ਆ, ਉਹਦੇ 'ਚ ਪਏ ਆ ਤੁਹਾਡੇ। ਸੈਕੰਡਲੀ ਸਰਕਾਰ ਉਹਦੇ ਤੇ 2.5% ਵਿਆਜ ਦਿੰਦੀ ਹੈ ਜੀ, 2 ਜਾਂ 2.5% ਦੇ ਕਰੀਬ ਵਿਆਜ ਹੈ ਜਿਹੜਾ ਐਨੂਅਲੀ ਦਿੰਦੀ ਹੈ। ਜੋ ਤੁਹਾਡੀ ਇੰਕਰੀਜ਼ ਆਣੀ ਹੈ ਉਹ ਤਾਂ ਇੰਕਰੀਜ਼ ਆਣੀ ਹੈ, ਉਸ ਤੋਂ ਇਲਾਵਾ 2-2.5% ਉਹ ਦਿੰਦੇ ਹੈ। ਨੰਬਰ 3, ਅਗਰ ਤੁਸੀਂ ਉਹਨੂੰ ਕੁਝ ਪੀਰੀਅਡ ਹੈ, ਸ਼ਾਇਦ ਮੇਰਾ ਖਿਆਲ 8 ਸਾਲ ਦਾ ਜਾਂ 5 ਸਾਲ ਦਾ ਪੀਰੀਅਡ ਹੈ, ਅਗਰ ਤੁਸੀਂ ਉਸ ਤੋਂ ਬਾਅਦ ਰਿਡੀਮ ਕਰਦੇ ਹੋ ਤਾਂ ਜੋ ਵੀ ਉਹਦੇ ਤੇ ਤੁਹਾਨੂੰ ਗੇਨ ਮਿਲਦਾ ਹੈ ਉਹ ਵੀ ਮੇਰਾ ਖਿਆਲ ਟੈਕਸ ਫ੍ਰੀ ਹੈ। ਸਰ ਇੱਕ ਹੋਰ ਕਈ ਵਾਰੀ ਕੁਐਸਚਨ ਮਨ ਚ ਆਉਂਦਾ ਹੈ, ਉਹ ਇਹ ਕਿ ਆਪਾਂ ਮਿਊਚੁਅਲ ਫੰਡ 'ਚ ਇਨਵੈਸਟ ਕਰਨਾ ਚਾਹੀਦਾ ਕਿ ਸ਼ੇਅਰ ਮਾਰਕੀਟ 'ਚ ਇਨਵੈਸਟ ਕਰਨਾ ਚਾਹੀਦਾ ਹੈ? ਇਹ ਮੈਮ ਬੜਾ ਨਾ ਪਰਸਨਲਾਈਜ਼ ਜਾਂ ਸਬਜੈਕਟਿਵ ਜਾਂ ਸਬਜੈਕਟ ਹੈ। ਕੁਝ ਲੋਕਾਂ ਨੂੰ ਜਦ ਤੱਕ ਖੁਦ ਸ਼ੇਅਰ ਨਹੀਂ ਨਾ ਖਰੀਦਦੇ ਉਹਨਾਂ ਨੂੰ ਤਸੱਲੀ ਨਹੀਂ ਹੁੰਦੀ। ਕੁਝ ਕੰਪਲਸਿਵ ਟ੍ਰੇਡਰ ਬਣ ਜਾਂਦੇ ਇਸੇ ਚੱਕਰ ਦੇ ਵਿੱਚ ਵੀ ਹਾਂ ਨਹੀਂ ਅਸੀਂ ਲੈਣਾ ਹੀ ਆਪ ਲੈਣਾ, ਇਹ ਕਰਨਾ ਉਹ ਕਰਨਾ। ਬਟ ਮੈਂ ਦੇਖਿਆ ਆਫ ਲੇਟ ਕਿ ਜਿਹੜੇ ਅਸੀਂ ਖੁਦ ਲੈਂਦੇ ਆ ਨਾ, ਸਾਡੇ ਕੋਲ ਅਸੀਂ ਆਪਣੇ ਹੋਰ ਬਿਜ਼ਨੈਸਿਸ ਦੇ ਵਿੱਚ ਆਪਣੇ ਜੌਬ ਦੇ ਵਿੱਚ ਇੰਨੇ ਕੁ ਮਸਰੂਫ ਰਹਿੰਦੇ ਆ ਕਿ ਅਸੀਂ ਨਹੀਂ ਟਾਈਮ ਦੇ ਪਾਉਂਦੇ ਸਟੱਡੀ ਕਰਨ ਲਈ ਸ਼ੇਅਰ ਦੇ ਰਿਗਾਰਡਿੰਗ, ਉਹਨਾਂ ਦੀ ਬੈਲੈਂਸ ਸ਼ੀਟਸ, ਉਹਨਾਂ ਦਾ ਟੈਕਨੀਕਲ ਚਾਰਟਸ ਨਹੀਂ ਟਾਈਮ ਦੇ ਪਾਉਂਦੇ। ਸੋ ਉਸ ਕੇਸ ਦੇ ਵਿੱਚ ਕਦੋਂ ਐਂਟਰ ਕਰਨਾ ਹੈ, ਕਦੋਂ ਐਗਜ਼ਿਟ ਕਰਨਾ ਹੈ, ਕਦੋਂ ਉਹਨੂੰ ਸਵਿਚਿੰਗ ਕਰਨੀ ਹੈ, ਇਹ ਪ੍ਰੈਫਰਡ ਰਹਿੰਦਾ ਹੈ ਕਿ ਜਿਹੜੇ ਲੋਕ PMS ਕਰ ਰਹੇ ਆ ਜਾਂ ਜਿਹੜੇ ਮਿਊਚੁਅਲ ਫੰਡ ਦੇ ਵਿੱਚ ਐਕਸਪਰਟ ਲੋਕ ਬੈਠੇ ਆ, ਉਹ ਟਾਈਮਲੀ ਉਹਨਾਂ ਨੂੰ ਪਤਾ ਹੁੰਦਾ ਵੀ ਹਾਂ ਹੁਣ ਇਸ ਵੇਲੇ ਇਹਦੇ 'ਚ ਐਂਟਰ ਕਰਨ ਦਾ ਟਾਈਮ ਆ ਗਿਆ, ਇਸ ਇੰਡਸਟਰੀ ਦੇ ਹੁਣ ਐਗਜ਼ਿਟ ਕਰਨ ਦਾ ਟਾਈਮ ਆ ਗਿਆ, ਇਸ ਸ਼ੇਅਰ ਦੇ ਵਿੱਚ ਆਹ ਨਿਊਜ਼ ਹੈ, ਇਸ ਸ਼ੇਅਰ 'ਚ ਆਹ ਨਿਊਜ਼ ਹੈ। ਉਹਨਾਂ ਨੂੰ ਸਭ ਪਤਾ ਹੁੰਦਾ ਵੀ ਹਾਂ ਇਹਦੇ ਰਿਜ਼ਲਟ ਕਿੱਦਾਂ ਦੇ ਆ ਰਹੇ ਆ, ਇਹਨਾਂ ਦੀ ਸੇਲਸ ਕੀ ਆ ਰਹੀ, ਸਾਰਾ ਕੁਝ ਉਹਨਾਂ ਨੂੰ ਨਿਊਜ਼ ਪਤਾ ਹੁੰਦੀ। ਸੋ ਉਸ ਕੇਸ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਅਗਰ ਤੁਹਾਡੇ ਕੋਲ ਇਹ ਟਾਈਮ ਨਹੀਂ ਹੈ ਕਿ ਤੁਸੀਂ ਬੈਲੈਂਸ ਸ਼ੀਟ ਸਟੱਡੀ ਕਰ ਸਕੋ, ਤੁਸੀਂ ਨਿਊਜ਼ ਨੂੰ ਫੋਲੋ ਅਪ ਕਰ ਸਕੋ, ਤਾਂ ਉਸ ਕੇਸ ਇਟ ਇਜ਼ ਆਲਵੇਜ਼ ਪ੍ਰੈਫਰਡ ਕਿ ਤੁਸੀਂ ਮਿਊਚੁਅਲ ਫੰਡਸ ਦੇ ਵਿੱਚ ਜਾਂ ਇਨਵੈਸਟ ਕਰੋ ਜਾਂ ਕਿਸੇ ਆਪਣੇ ਟੈਕਨੀਕਲ ਐਕਸਪਰਟ ਜਿਹੜੇ ਹੈਗੇ ਸ਼ੇਅਰ ਮਾਰਕੀਟ ਦੇ ਉਹਨਾਂ ਦੇ ਕਿਸੇ PMS ਦੇ ਵਿੱਚ ਇਨਵੈਸਟ ਕਰੋ। ਉਹ ਸਰਟਨਲੀ ਤੁਹਾਡੇ ਕੋਲ ਥੋੜੇ ਚਾਰजेस ਜ਼ਰੂਰ ਲੈਂਦੇ ਆ, ਬਟ ਉਹ ਤੁਹਾਨੂੰ ਸਰਟਨਲੀ ਬੈਟਰ ਰਿਟਰਨ ਦਿੰਦੇ ਆ। ਸਰ PMS ਸਟੈਂਡਸ ਫॉर ਪੋਰਟਫੋਲੀਓ ਮੈਨੇਜਮੈਂਟ ਜੀ, ਪੋਰਟਫੋਲੀਓ ਮੈਨੇਜਮੈਂਟ ਸਰਵਿਸਿਜ਼। ਜੇ ਅਗਰ ਤੁਸੀਂ ਆਪਣੇ ਸ਼ੇਅਰਸ ਆਪ ਮੈਨੇਜ ਨਹੀਂ ਕਰ ਸਕਦੇ ਤੇ ਤੁਸੀਂ ਪੋਰਟਫੋਲੀਓ ਮੈਨੇਜ ਕਰਨ ਲਈ ਵੀ ਸਰਵਿਸਿਜ਼ ਆਪਟ ਕਰ ਸਕਦੇ ਹੋ। ਇਹ ਤੁਹਾਡੀ ਆਪਣੀ ਚੋਇਸ ਹੈ ਕਿ ਤੁਸੀਂ ਫੰਡਸ ਮਿਊਚੁਅਲ ਫੰਡ 'ਚ ਇਨਵੈਸਟ ਕਰਨਾ ਚਾਹੁੰਦੇ ਹੋ ਜਾਂ ਆਪਣੇ ਫੰਡਸ ਨੂੰ ਤੁਸੀਂ ਸ਼ੇਅਰ ਮਾਰਕੀਟ 'ਚ ਇਨਵੈਸਟ ਕਰਨਾ ਚਾਹੁੰਦੇ ਹੋ। ਸ਼ੇਅਰ ਮਾਰਕੀਟ ਤੋਂ ਬੰਦਾ ਡੇਲੀ ਦੀ ਇਨਕਮ ਕਮਾ ਸਕਦਾ ਹੈ? ਕੈਨ ਇਟ ਬਿਕਮ ਲਾਈਕ ਅ ਡੇਲੀ ਬਿਜ਼ਨਸ ਫॉर ਐਨੀਬਡੀ? ਇਹ ਮੈਮ ਜਿਹੜਾ ਨਾ ਡੇਲੀ ਵਾਲਾ ਜਿਹੜਾ ਕੰਮ ਹੈ ਇਹ ਤੁਹਾਨੂੰ ਕਮਾ ਕੇ ਨਹੀਂ ਦੇਵੇਗਾ ਜਲਦੀ। ਆਈ ਡੋਂਟ ਰਿਕਮੈਂਡ ਕਿ ਡੇਲੀ ਤੁਹਾਨੂੰ ਕੰਮ ਕਰਨਾ ਚਾਹੀਦਾ। ਦੇਖੋ, ਇਹਨੂੰ ਅਗਰ ਤੁਸੀਂ ਐਜ਼ ਡੇਲੀ ਬਿਜ਼ਨਸ ਲੈਣਾ ਤੇ ਤੁਹਾਨੂੰ ਇਸ ਕੰਮ ਦੇ ਵਿੱਚ ਨਹੀਂ ਆਉਣਾ ਚਾਹੀਦਾ, ਕਿਉਂਕਿ ਜੇ ਡੇਲੀ ਦੇ ਵਿੱਚ ਇੰਨੀਆਂ ਫਲਕਚੁਏਸ਼ਨ ਆ ਜਾਂਦੀਆਂ, ਅੱਛੇ ਸ਼ੇਅਰ ਵੀ ਗਿਰ ਜਾਂਦੇ ਆ। ਹੁਣ ਜਿੱਦਾਂ ਕੋਈ ਛੋਟੀ ਜਿਹੀ ਨਿਊਜ਼ ਆ ਜਾਂਦੀ ਹੈ ਕਿ ਜੀ ਆਪਣਾ ਡੈਫਿਸਿਟ ਵੱਧ ਗਿਆ, ਸਪੋਜ਼ ਕਰੋ ਕਿਸੇ ਮੁਲਕ ਦਾ, ਜਾਂ ਕੋਈ ਹੋਰ ਬੈਡ ਨਿਊਜ਼ ਆ ਗਈ ਕਿ ਥਾਂ ਦੇ ਉੱਤੇ ਪ੍ਰੋਬਲਮ ਆ ਗਈ, ਨੈਚੁਰਲ ਕਲੈਮਿਟੀ ਆ ਗਈ ਹੈ, ਉਹ ਸ਼ੇਅਰ ਚਾਹੇ ਜਿੰਨਾ ਮਰਜ਼ੀ ਅੱਛਾ ਹੋਵੇ, ਤੁਸੀਂ ਅੱਜ ਲਿੱਤਾ, ਉਹ ਜੇ ਮਾਰਕੀਟ ਗਿਰ ਗਈ ਤਾਂ ਉਹਨੇ ਨਾਲ ਗਿਰ ਜਾਣਾ। ਸੋ ਡੇਲੀ ਬੇਸਿਸ ਦੇ ਉੱਤੇ ਤੁਸੀਂ ਲੈ ਕੇ ਨਾ ਚੱਲੋ।
ਔਰ ਸੈਕੰਡਲੀ ਉਹਦੇ 'ਚ ਕੀ ਹੋਏਗਾ, ਤੁਸੀਂ ਇੱਕ ਗੱਲ ਨੋਟ ਕਰੋਗੇ, ਮੈਂ ਓਵਰ ਅ ਪੀਰੀਅਡ ਆਫ ਟਾਈਮ ਇਹ ਆਪਣੇ ਤਜਰਬੇ ਦੇ ਨਾਲ ਨੋਟ ਕੀਤੀ ਹੈ, ਜਿਹੜਾ ਵੀ ਤੁਹਾਨੂੰ ਕੋਈ ਡੇਲੀ ਕੰਮ ਕਰਨ ਲਈ ਕਹਿੰਦਾ ਨਾ ਜੀ, ਉਹ ਬ੍ਰੋਕਰ ਤੁਹਾਡਾ ਕਮਾਉਂਦਾ, ਜਿਹਦੇ ਥਰੂ ਤੁਸੀਂ ਆਪਣਾ ਟ੍ਰੇਡ ਕਰਦੇ ਹੋ, ਤੁਸੀਂ ਨਹੀਂ ਕਮਾਉਂਦੇ। ਉਹਨੂੰ ਤਾਂ ਕਮਿਸ਼ਨ ਮਿਲਣੀ ਹੈ, ਚਾਹੇ ਤੁਸੀਂ ਕਮਾਓ ਚਾਹੇ ਤੁਸੀਂ ਗਵਾਓ, ਉਹ ਤੁਸੀਂ ਉਹਦੀ ਕਮਿਸ਼ਨਾਂ ਦਿੰਦੇ ਉਹਦੀ ਬ੍ਰੋਕਰੇਜ ਦਿੰਦੇ ਹੋਏ, ਐਸਟੀਟੀ ਦੇ ਖਰਚੇ ਦਿੰਦੇ ਹੋਏ, ਤੁਸੀਂ ਜੋ ਅਰਨਿੰਗ ਹੈ ਉਹ ਤੁਸੀਂ ਆਪਣੀ ਉੱਧਰ ਗਵਾ ਬੈਠਦੇ ਹੋ। ਸੋ ਇਸ ਕਾਰਨ ਮੈਂ ਡੇਲੀ ਇਹਨੂੰ ਕਰਨ ਲਈ ਨਹੀਂ ਕਹਿੰਦਾ। ਈਵਨ ਤੁਸੀਂ ਅਗਰ ਸਪੋਜ਼ ਕਰੋ ਤੁਸੀਂ ਫੈਕਟਰੀ ਵਾਲੇ ਹੋ, ਡੂ ਯੂ ਥਿੰਕ ਕਿ ਤੁਸੀਂ ਸਵੇਰੇ ਮਾਲ ਪਾਇਆ ਸ਼ਾਮ ਨੂੰ ਕੱਢ ਲਿਆ? ਨਹੀਂ, ਉਹਦੇ 'ਚ ਵੀ ਪ੍ਰੋਸੈਸ ਲੱਗਦਾ। ਉਹ ਤੁਸੀਂ ਅੱਜ ਰॉ ਮਟੀਰੀਅਲ ਖਰੀਦਦੇ ਹੋ, ਫਿਰ ਉਸ ਤੋਂ ਬਾਅਦ ਉਹਨੂੰ ਮਸ਼ੀਨਾਂ 'ਚ ਬਣਾਉਂਦੇ ਹੋ, ਫਿਰ ਉਸ ਤੋਂ ਬਾਅਦ ਉਹਦੀ ਫਿਨਿਸ਼ਿੰਗ ਕਰਾਉਂਦੇ ਹੋ, ਫਿਰ ਉਹਦੀ ਪੈਕਿੰਗ ਕਰਾਉਂਦੇ ਹੋ, ਉਹ ਕਰਾ ਕੇ ਉਹਦੇ ਵਿੱਚ ਵੀ 15 ਦਿਨ 20 ਦਿਨ ਹਰ ਚੀਜ਼ ਦਾ ਇੱਕ ਪ੍ਰੋਸੈਸ ਟਾਈਮ ਹੈ। ਤਾਂ ਸ਼ੇਅਰ ਮਾਰਕੀਟ ਨੂੰ ਵੀ ਤੁਹਾਨੂੰ ਇੱਕ ਪ੍ਰੋਸੈਸ ਤਰੀਕੇ, ਇੱਕ ਬਿਜ਼ਨਸ ਤਰੀਕੇ ਦੇ ਨਾਲ ਕਰਨਾ ਚਾਹੀਦਾ ਹੈ। ਉਹਦੇ ਅੰਦਰ ਡੇਲੀ ਤੁਸੀਂ ਸੋਚੋ, ਕਈ ਵਾਰੀ ਇਟ ਕੈਨ ਬੀ ਅ ਗੁੱਡ ਲੱਕ ਬਟ देयर ਕੈਨ ਬੀ ਅ ਬੈਡ ਲੱਕ ਆਲਸੋ। ਸੋ ਜਾਂ ਤਾਂ ਉਹਦੀ ਐਕਸੈਪਟੈਂਸ ਹੋਣੀ ਚਾਹੀਦੀ ਹੈ ਬੰਦੇ ਨੂੰ। ਜੀ। ਥੈਂਕ ਯੂ ਸਰ, ਤੁਸੀਂ ਆਪਣਾ ਵੈਲਿਊਏਬਲ ਟਾਈਮ ਦਿੱਤਾ ਤਾਂ ਸਿਟੀ ਹੈਡਲਾਈਨਸ ਨਿਊਜ਼ ਚੈਨਲ ਨੂੰ। ਮੈਂ ਆਪਣੇ ਵਿਊਅਰਸ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਹ ਸੀਗੇ ਛੋਟੇ ਜਿਹੇ ਤੁਹਾਡੇ ਲਈ ਇੱਕ ਸ਼ੇਅਰ ਮਾਰਕੀਟ ਦਾ ਇੱਕ ਨਵਾਂ ਵਿਜ਼ਨ, ਤਾਂ ਕਿ ਸਾਡੇ ਜਿੰਨੇ ਵੀ ਵਿਊਅਰਸ ਨੇ ਉਹ ਡੇਲੀ ਰੂਟੀਨ 'ਚ ਸ਼ੇਅਰ ਮਾਰਕੀਟ ਔਰ ਸ਼ੇਅਰ ਮਾਰਕੀਟ ਦੀ ਵੀਕਲੀ ਰਿਪੋਰਟ ਸਾਡੇ ਕੋਲ ਲੈਂਦੇ ਰਹਿਣ। ਇਹ ਸੀਗੇ ਸਾਡੇ ਨਾਲ ਮਿਸਟਰ ਰਾਕੇਸ਼ ਜੀ, ਔਰ ਉਮੀਦ ਕਰਦੇ ਹਾਂ ਕਿ ਅੱਗੇ ਵੀ ਉਹ ਸਾਡੇ ਨਾਲ ਜੁੜੇ ਰਹਿਣਗੇ ਤੇ ਤੁਹਾਨੂੰ ਸਾਰੇ ਵਿਊਅਰਸ ਨੂੰ ਇੱਕ ਬਹੁਤ ਵਧੀਆ ਸ਼ੇਅਰ ਦੀ ਲਿਸਟ ਦਿੰਦੇ ਰਹਿਣਗੇ। ਥੈਂਕ ਯੂ ਸੋ ਮਚ। ਥੈਂਕ ਯੂ ਮੈਮ।